ਨੈਕਸਟ ਟੌਪਿਕ ਵੀ ਹੈਵ ਐਟਮੋਸਫੇਰਿਕ ਪ੍ਰੈਸ਼ਰ। ਹੁਣ ਸਮਝਦੇ ਹਾਂ ਕਿ ਐਟਮੋਸਫੇਰਿਕ ਪ੍ਰੈਸ਼ਰ ਕੀ ਹੁੰਦਾ ਹੈ। ਪਹਿਲੇ ਵਰਡ ਨੂੰ ਹੀ ਸਮਝਦੇ ਹਾਂ। ਐਟਮੋਸਫੇਅਰ ਕੀ ਹੁੰਦਾ ਹੈ? ਤਾਂ ਐਟਮੋਸਫੇਅਰ ਆਪਣੇ ਕੋਲ ਕੀ ਹੈ, ਜਿੰਨੇ ਵੀ ਆਪਣੇ ਕੋਲ ਪਾਰਟੀਕਲਸ ਹੈ ਏਅਰ 'ਚ, ਲਾਈਕ ਆਕਸੀਜਨ ਗੈਸ ਹੋ ਗਈ, ਵਾਟਰ ਵੇਪਰ ਹੋ ਗਏ, ਜਿੰਨੇ ਵੀ ਪਾਰਟੀਕਲਸ ਹੈ ਉਹ ਸਾਰੇ ਐਟਮੋਸਫੇਅਰ ਦਾ ਹਿੱਸਾ ਹੈ। ਤਾਂ ਉਹ ਐਟਮੋਸਫੇਅਰ ਦੇ ਪਾਰਟੀਕਲਸ ਕੀ ਹੈ, ਰੈਂਡਮਲੀ ਮੂਵ ਕਰਦੇ ਰਹਿੰਦੇ ਆ। ਫੋਰ ਐਗਜ਼ਾਮਪਲ ਆਪਣੇ ਕੋਲ ਕੋਈ ਵੀ ਇੱਕ ਆਬਜੈਕਟ ਹੈ, ਵਾਲ ਹੈ, ਠੀਕ ਹੈ, ਤੇ ਪਾਰਟੀਕਲਸ ਕੀ ਹੈ, ਰੈਂਡਮਲੀ ਇੱਧਰ ਉੱਧਰ ਮੂਵ ਕਰਦੇ ਰਹਿਣਗੇ। ਇਹ ਪਾਰਟੀਕਲਸ ਵਾਲ ਨਾਲ ਵੀ ਜਾ ਕੇ ਟਕਰਾਉਣਗੇ, ਠੀਕ ਹੈ। ਜਦੋਂ ਤੇ ਵਾਲ ਨਾਲ ਇਨਕਲਾਈਨਡ ਟਕਰਾਉਣਗੇ, ਕੋਈ ਐਂਗਲ 'ਤੇ ਟਕਰਾਉਣਗੇ, ਉਦੋਂ ਆਪਾਂ ਕੋਈ ਪ੍ਰੈਸ਼ਰ ਨਹੀਂ ਇਹਦਾ ਕੰਸੀਡਰ ਕਰਨਾ। ਜਦੋਂ ਇਹ ਆਪਣਾ ਵਾਲ 'ਤੇ ਕੀ ਹੈ, ਪਰਪੈਂਡੀਕੂਲਰ ਟਕਰਾਉਣਗੇ, ਜਿਵੇਂ ਕਿ ਆਪਣਾ ਲਿਕੁਇਡ ਟਕਰਾਉਂਦਾ ਸੀ। ਲਿਕੁਇਡ ਵੀ ਕੀ ਹੈ, ਇੱਕ ਫਲੂਇਡ ਹੀ ਹੈ ਜਿਹੜਾ ਮੂਵ ਕਰਦਾ ਰਹਿੰਦਾ। ਉਵੇਂ ਏਅਰ ਦੇ ਪਾਰਟੀਕਲਸ ਵੀ ਕੀ ਹੈ, ਇੱਕ ਫਲੂਇਡ ਹੈ ਜਿਹੜੇ ਮੂਵ ਕਰਦੇ ਰਹਿੰਦੇ ਆ। ਤਾਂ ਜਦੋਂ ਵਾਲ 'ਤੇ ਟਕਰਾਉਂਦੇ ਰਹਿਣਗੇ, ਵਾਲ 'ਤੇ ਕੀ ਲਗਾਉਣਗੇ, ਫੋਰਸ। ਅਤੇ ਫੋਰਸ ਪਰ ਯੂਨਿਟ ਏਰੀਆ ਕੀ ਹੁੰਦਾ, ਇਹਨਾਂ ਦਾ ਕੋਈ ਏਰੀਆ ਹੋਊਗਾ ਜਿੱਥੇ ਟਕਰਾਉਣਗੇ। ਫੋਰਸ ਪਰ ਯੂਨਿਟ ਏਰੀਆ ਕੀ ਹੁੰਦਾ, ਪ੍ਰੈਸ਼ਰ। ਤਾਂ ਜਿਹੜੇ ਐਟਮੋਸਫੇਅਰ ਦੇ ਪਾਰਟੀਕਲਸ ਕਿਸੇ ਚੀਜ਼ 'ਤੇ ਟਕਰਾ ਕੇ ਉੱਥੇ ਪ੍ਰੈਸ਼ਰ ਕ੍ਰੀਏਟ ਕਰਦੇ ਆ, ਉਸ ਪ੍ਰੈਸ਼ਰ ਨੂੰ ਆਪਾਂ ਕੀ ਕਹਿੰਦੇ ਹਾਂ, ਐਟਮੋਸਫੇਰਿਕ ਪ੍ਰੈਸ਼ਰ ਕਹਿੰਦੇ ਹਾਂ। ਤਾਂ ਹੁਣ ਐਟਮੋਸਫੇਰਿਕ ਪ੍ਰੈਸ਼ਰ ਦੀ ਅਗਰ ਡੈਫੀਨੇਸ਼ਨ ਦੇਖੀਏ ਤਾਂ ਐਟਮੋਸਫੇਰਿਕ ਪ੍ਰੈਸ਼ਰ ਐਗਜ਼ਰਟਡ ਬਾਈ ਏਅਰ ਕੋਲਮ। ਹੁਣ ਏਅਰ ਕੋਲਮ ਕੀ ਹੈ, ਧਿਆਨ ਨਾਲ ਸਮਝੋ। ਕੋਈ ਵੀ ਆਬਜੈਕਟ ਹੈ, ਕੋਈ ਵੀ ਬਾਡੀ ਹੈ, ਉਹਦੇ ਉੱਪਰ ਕਿੰਨੀ ਏਅਰ ਪ੍ਰੈਜੈਂਟ ਹੈ। ਜਿੰਨੀ ਜ਼ਿਆਦਾ ਏਅਰ ਪ੍ਰੈਜੈਂਟ ਹੋਊਗੀ ਓਨੇ ਜ਼ਿਆਦਾ ਮੋਲੀਕਿਊਲਸ ਹੋਣਗੇ। ਜਿੰਨੇ ਜ਼ਿਆਦਾ ਮੋਲੀਕਿਊਲਸ ਹੋਣਗੇ ਓਨੇ ਜ਼ਿਆਦਾ ਮੋਲੀਕਿਊਲਸ ਇਸ ਬਾਡੀ ਨਾਲ ਸਟਰਾਈਕ ਕਰਕੇ ਜਾਣਗੇ। ਜਿੰਨੇ ਜ਼ਿਆਦਾ ਸਟਰਾਈਕ ਕਰਨਗੇ ਓਨਾ ਕੀ ਹੈ, ਪ੍ਰੈਸ਼ਰ ਕ੍ਰੀਏਟ ਹੋਗਾ। ਉਨੀ ਜ਼ਿਆਦਾ ਫੋਰਸ ਪਰ ਯੂਨਿਟ ਏਰੀਆ, ਉਨਾ ਜ਼ਿਆਦਾ ਪ੍ਰੈਸ਼ਰ। ਤਾਂ ਪ੍ਰੈਸ਼ਰ ਜਿਹੜਾ ਏਅਰ ਕੋਲਮ ਲਗਾ ਰਿਹਾ ਅਬਵ ਅਸ ਮਤਲਬ ਅਬਵ ਦਾ ਬਾਡੀ, ਅਬਵ ਐਨੀ ਬਾਡੀ, ਉਹਨੂੰ ਆਪਾਂ ਐਟਮੋਸਫੇਰਿਕ ਪ੍ਰੈਸ਼ਰ ਕਹਿੰਦੇ ਹਾਂ। ਫੋਰ ਐਗਜ਼ਾਮਪਲ ਅਰਥ ਦੀ ਗੱਲ ਕਰੀਏ ਤਾਂ ਅਰਥ ਦੇ ਅਰਾਊਂਡਿੰਗ ਕੀ ਹੈ, ਸਰਾਊਂਡਿੰਗ 'ਚ ਕੀ ਹੈ, ਐਟਮੋਸਫੇਅਰ ਹੈ। ਉਹ ਐਟਮੋਸਫੇਅਰ 'ਚ ਕੀ ਹੈ, ਪਾਰਟੀਕਲਸ ਹੈ। ਉਹ ਪਾਰਟੀਕਲਸ ਕੀ ਹੈ, ਅਰਥ ਦੀ ਸਰਫੇਸ ਨਾਲ ਟਕਰਾਉਂਦੇ ਆ, ਆਪਣੀ ਬਾਡੀ ਨਾਲ ਟਕਰਾਉਂਦੇ ਹੈ, ਅਤੇ ਆਪਣੇ 'ਤੇ ਕੀ ਲਗਾਉਂਦੇ ਆ, ਪ੍ਰੈਸ਼ਰ ਲਗਾਉਂਦੇ ਆ। ਹੁਣ ਇਹ ਜਿਹੜੀ ਪ੍ਰੈਸ਼ਰ ਦੀ ਵੈਲਿਊ ਹੁੰਦੀ ਹੈ ਨਾ, ਬਹੁਤ ਹੀ ਜ਼ਿਆਦਾ ਹੁੰਦੀ ਹੈ, ਠੀਕ ਹੈ। ਮੰਨ ਲਓ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਇੱਕ ਪਰਸਨ ਹੈ, ਠੀਕ ਹੈ, ਉਹਦੇ 'ਤੇ ਕਿੰਨਾ ਐਟਮੋਸਫੇਰਿਕ ਪ੍ਰੈਸ਼ਰ ਲੱਗ ਰਿਹਾ। ਤਾਂ ਅਗਰ ਉਸਦੇ ਸਿਰ 'ਤੇ ਆਪਣਾ ਕੀ ਇੱਕ ਐਲੀਫੈਂਟ ਰੱਖਦੀ ਹੈ, ਠੀਕ ਹੈ, ਐਲੀਫੈਂਟ ਰੱਖਣ 'ਤੇ ਜਿੰਨੀ ਵੀ ਪ੍ਰੈਸ਼ਰ ਲੱਗੂਗਾ ਇਹਦੇ ਸਿਰ 'ਤੇ, ਉਹ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਹੈ। ਹੁਣ ਕੁਐਸਚਨ ਇਹ ਰਾਈਜ਼ ਹੁੰਦਾ ਕਿ ਅਗਰ ਇੰਨੇ ਜ਼ਿਆਦਾ ਪ੍ਰੈਸ਼ਰ ਆਪਣੇ ਸਿਰ 'ਤੇ ਲੱਗਦਾ ਤਾਂ ਆਪਾਂ ਨੂੰ ਫੀਲ ਕਾਹਤੋਂ ਨਹੀਂ ਹੁੰਦਾ। ਇੰਨਾ ਜ਼ਿਆਦਾ ਪ੍ਰੈਸ਼ਰ ਆਪਣੀ ਬਾਡੀ 'ਤੇ ਲੱਗਦਾ, ਆਪਾਂ ਨੂੰ ਫੀਲ ਕਾਹਤੋਂ ਨਹੀਂ ਹੁੰਦਾ। ਇਹ ਇਸ ਲਈ ਫੀਲ ਨਹੀਂ ਹੁੰਦਾ ਕਿਉਂਕਿ ਆਪਣੀ ਜਿਹੜੀ ਬਾਡੀ ਹੈ ਨਾ, ਉਹਦੇ ਵਿੱਚ ਇੱਕ ਚੀਜ਼ ਫਲੋ ਕਰਦੀ ਹੈ, ਦੈਟ ਇਜ਼ ਬਲੱਡ, ਠੀਕ ਹੈ। ਹੁਣ ਬਲੱਡ ਇੱਕ ਲਿਕੁਇਡ ਹੈ। ਬਲੱਡ ਦੀ ਅਗਰ ਵੇਨਸ ਦੇਖੋਗੇ, ਬਲੱਡ 'ਚ ਅਗਰ ਆਪਾਂ ਜ਼ੂਮ ਕਰਕੇ ਦੇਖੀਏ ਤਾਂ ਬਲੱਡ 'ਚ ਵੀ ਬਹੁਤ ਸਾਰੇ ਸੈਲਸ ਹੈ ਜਿਹੜੇ ਕੀ ਹੈ, ਵੈਸਲਸ ਦੇ ਨਾਲ ਕੌਨਸਟੈਂਟਲੀ ਵੱਜਦੇ ਰਹਿੰਦੇ ਆ। ਤਾਂ ਉਹ ਵੀ ਇੱਕ ਪ੍ਰੈਸ਼ਰ ਜਨਰੇਟ ਕਰਦੇ ਆ ਜਿਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ। ਜਿਹੜਾ ਬਲੱਡ ਆਪਣੀ ਬਾਡੀ ਵਿੱਚ ਵੇਨਸ 'ਤੇ ਪ੍ਰੈਸ਼ਰ ਕ੍ਰੀਏਟ ਕਰਦਾ ਉਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ। ਅਤੇ ਵਧੀਆ ਗੱਲ ਕੀ ਹੈ ਕਿ ਜਿੰਨਾ ਬਲੱਡ ਦਾ ਪ੍ਰੈਸ਼ਰ ਕ੍ਰੀਏਟ ਹੁੰਦਾ ਆਪਣੀ ਬਾਡੀ 'ਚ, ਆਪਣੀ ਵੇਨਸ 'ਚ, ਓਨਾ ਹੀ ਐਟਮੋਸਫੇਰਿਕ ਪ੍ਰੈਸ਼ਰ ਹੁੰਦਾ। ਤਾਂ ਐਟਮੋਸਫੇਰਿਕ ਪ੍ਰੈਸ਼ਰ ਅਤੇ ਬਲੱਡ ਪ੍ਰੈਸ਼ਰ ਦੋ ਇਕੁਅਲ ਚੀਜ਼ਾਂ। ਮੰਨ ਲਓ ਆਪਣੀ ਵੇਨ ਹੈ, ਅੰਦਰੋਂ ਬਲੱਡ ਪ੍ਰੈਸ਼ਰ ਲੱਗ ਰਿਹਾ ਅਤੇ ਬਾਹਰੋਂ ਐਟਮੋਸਫੇਰਿਕ ਪ੍ਰੈਸ਼ਰ ਲੱਗ ਰਿਹਾ। ਤਾਂ ਇਹਨਾਂ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਇਕੁਅਲ ਐਂਡ ਅਪੋਜ਼ਿਟ ਹੁੰਦੀ ਹੈ, ਜਿਹਦੇ ਕਰਕੇ ਕੀ ਹੈ, ਆਪਾਂ ਨੂੰ ਕੋਈ ਵੀ ਫੀਲ ਨਹੀਂ ਹੁੰਦਾ ਹੈਗਾ ਕਿ ਬਾਹਰੋਂ ਕੋਈ ਐਕਸਟਰਨਲ ਪ੍ਰੈਸ਼ਰ ਲੱਗ ਰਿਹਾ। ਲੇਕਿਨ ਅਗਰ ਆਪਾਂ ਮੰਨ ਲਓ ਵੈਕਿਊਮ 'ਚ ਚਲੇ ਜਾਈਏ, ਉਹ ਅੱਗੇ ਜਾ ਕੇ ਦੇਖਾਂਗੇ, ਅਗਰ ਆਪਣੇ ਬਲੱਡ ਪ੍ਰੈਸ਼ਰ ਨਾਲੋਂ ਵੀ ਜ਼ਿਆਦਾ ਪ੍ਰੈਸ਼ਰ ਆਪਣੀ ਬਾਡੀ 'ਤੇ ਲੱਗਣਾ ਸ਼ੁਰੂ ਹੋ ਜਾਊਗਾ ਤਾਂ ਫਿਰ ਕੀ ਹੈ, ਆਪਾਂ ਨੂੰ ਪ੍ਰੈਸ਼ਰ ਫੀਲ ਹੋਊਗਾ। ਤਾਂ ਐਟਮੋਸਫੇਅਰ ਜਿਹੜਾ ਆਪਣੇ 'ਤੇ ਪ੍ਰੈਸ਼ਰ ਲਗਾਉਂਦਾ, ਐਟਮੋਸਫੇਅਰ ਕੀ ਹੈ, ਏਅਰ ਕੋਲਮ, ਏਅਰ ਦੇ ਜਿਹੜੇ ਪਾਰਟੀਕਲਸ ਹੈ ਉਹ ਆਪਣੇ 'ਤੇ ਪ੍ਰੈਸ਼ਰ ਲਗਾਉਂਦੇ ਆ, ਉਹਨੂੰ ਆਪਾਂ ਐਟਮੋਸਫੇਰਿਕ ਪ੍ਰੈਸ਼ਰ ਕਹਿੰਦੇ ਹਾਂ, ਠੀਕ। ਨੈਕਸਟ ਐਗਜ਼ਾਮਪਲਸ ਦੇਖਦੇ ਹਾਂ। ਜਿਵੇਂ ਹੁਣ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਆਪਣਾ ਏਅਰ ਪਾਰਟੀਕਲਸ ਪ੍ਰੈਸ਼ਰ ਲਗਾਉਂਦੇ ਆ। ਇਹਦੀ ਐਗਜ਼ਾਮਪਲ ਕਿਵੇਂ ਹੈ ਦੇਖੋ। ਹੁਣ ਜਿਵੇਂ ਬੈਲੂਨ ਹੈ, ਬੈਲੂਨ ਵਿੱਚ ਏਅਰ ਦੇ ਪਾਰਟੀਕਲਸ ਕੀ ਹੈ, ਜੇ ਇਹ ਲੜਕੀ ਕੀ ਕਰ ਰਹੀ ਹੈ, ਏਅਰ ਦੇ ਪਾਰਟੀਕਲ ਇੰਟਰੋਡਿਊਸ ਕਰਵਾ ਰਹੀ ਹੈ। ਜਿੰਨੇ ਜ਼ਿਆਦਾ ਏਅਰ ਦੇ ਪਾਰਟੀਕਲਸ ਹੋਣਗੇ ਓਨੀ ਜ਼ਿਆਦਾ ਵਾਲ ਦੇ ਨਾਲ ਸਟਰਾਈਕ ਕਰਨਗੇ। ਜਿੰਨੀ ਜ਼ਿਆਦਾ ਵਾਲ ਦੇ ਨਾਲ ਸਟਰਾਈਕ ਕਰਨਗੇ ਓਨੀ ਜ਼ਿਆਦਾ ਵਾਲ ਨੂੰ ਸਟਰੈਚ ਕਰਨਗੇ, ਕਿਉਂਕਿ ਰਬਰ ਦਾ ਬਣਿਆ ਤਾਂ ਰਬਰ ਕੀ ਹੈ, ਬੈਲੂਨ ਸਟਰੈਚ ਕਰੂਗਾ। ਇਟ ਮੀਨਸ ਇਹਦੇ ਤੋਂ ਇਹ ਪਤਾ ਲੱਗਦਾ ਕਿ ਜਿੰਨਾ ਜ਼ਿਆਦਾ ਏਅਰ ਕੋਲਮ ਹੋਊਗਾ, ਜਿੰਨਾ ਜ਼ਿਆਦਾ ਏਅਰ ਕੋਲਮ ਦਾ ਮਤਲਬ ਜਿੰਨੇ ਜ਼ਿਆਦਾ ਪਾਰਟੀਕਲਸ ਹੋਣਗੇ
उन्ना ज़्यादा प्रैशर होगा। हुण ये की है, हवा भर के ज़्यादा तो ज़्यादा एयर पार्टिकल से बैलून में भर रही है। ज़्यादा पार्टिकल मतलब ज़्यादा प्रैशर। ठीक है, चीज़ याद रखनी है। नैक्सट आ गया अपने कोल, हुण आप एटमोसफेरिक प्रैशर मैजर किवें करना है। तो एटमोसफेरिक मैजर करन दा जिवें आपां टैंपरेचर मैजर करते हैं उहदे लई आपां की यूज़ करते हैं, थर्मोमीटर यूज़ करते हैं ना। ठीक है, इत्थे आपां की है मरकरी हुंदा है, मरकरी दे उस तो बाद मरकरी टैंपरेचर वधन नाल एक्सपैंड करदा तो आपां नूं रीडिंग मिलदी है। सेम मैथड नाल आपां की है एटमोसफेरिक प्रैशर मैजर करते हैं। एटमोसफेरिक प्रैशर आपां मैजर करते हैं बैरोमीटर नाल। तो बैरोमीटर की एक इंस्ट्रूमेंट है ਜਿਹਦੇ ਵਿੱਚ ਆਪਾਂ ਮਰਕਰੀ ਯੂਜ਼ ਕਰਦੇ ਹਾਂ। ਤਾਂ ਮਰਕਰੀ ਦੇ ਇੱਕ ਪਰਟੀਕੂਲਰ ਹਾਈਟ ਹੁੰਦੀ ਹੈ, ਉਹ ਹਾਈਟ ਜਾਂ ਲੈਂਥ ਨੂੰ ਮੈਜਰ ਕਰਕੇ ਆਪਾਂ ਐਟਮੋਸਫੇਰਿਕ ਪ੍ਰੈਸ਼ਰ ਮੈਜਰ ਕਰ ਸਕਦੇ ਹਾਂ। ਹੁਣ ਇੱਥੇ ਵੈਲਿਊ ਸ਼ੋ ਕੀਤੀ ਹੋਈ ਹੈ 76 ਸੈਂਟੀਮੀਟਰ। 76 ਸੈਂਟੀਮੀਟਰ ਕਦੋਂ ਆਉਂਦੀ ਹੈ ਲੈਂਥ ਟਿਊਬ ਦੀ ਚ, ਤੇ 0.67 ਮੀਟਰ। ਠੀਕ ਹੈ, ਜਾਂ 70 ਮੀਟਰ ਜਾਂ ਮੀਟਰ ਚ। ਹੁਣ ਇਹ ਕਦੋਂ ਆਉਂਦੀ ਹੈ? ਇਹ ਆਉਂਦੀ ਹੈ ਜਦੋਂ ਆਪਾਂ ਅਰਥ ਦੀ ਲੈਟੀਟਿਊਡ 45 ਡਿਗਰੀ 'ਤੇ ਆ। ਠੀਕ ਹੈ, ਟੈਂਪਰੇਚਰ 0 ਡਿਗਰੀ ਸੈਲਸੀਅਸ ਹੈ। ਠੀਕ ਹੈ, ਅਤੇ ਪ੍ਰੈਸ਼ਰ ਉਹ 'ਚ ਕੀ ਆਪਾਂ ਸੀ ਲੈਵਲ 'ਤੇ ਆ। ਸੀ ਲੈਵਲ ਦਾ ਮਤਲਬ ਕਿ ਸਮੁੰਦਰ ਦੇ ਲੈਵਲ 'ਤੇ ਹੈ। ਇਹ ਤਿੰਨ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ, ਸੀ ਲੈਵਲ 'ਤੇ 0 ਡਿਗਰੀ ਸੈਲਸੀਅਸ ਟੈਂਪਰੇਚਰ ਅਤੇ 45 ਡਿਗਰੀ ਲੈਟੀਟਿਊਡ। ਠੀਕ ਹੈ, ਅਰਥ ਦੇ। ਤਾਂ ਇਸ ਤਿੰਨੇ ਕੰਡੀਸ਼ਨਾਂ ਨੂੰ ਫੁੱਲਫਿਲ ਕਰਨ 'ਤੇ ਆਪਣੇ ਕੋਲ ਜਿਹੜਾ ਪ੍ਰੈਸ਼ਰ ਆਉਂਦਾ ਉਹ ਐਟਮੋਸਫੇਰਿਕ ਪ੍ਰੈਸ਼ਰ, ਉਹ ਸਟੈਂਡਰਡ ਐਟਮੋਸਫੇਰਿਕ ਪ੍ਰੈਸ਼ਰ ਹੈ। ਜਿਹੜਾ ਐਟਮੋਸਫੇਅਰ ਦਾ ਪ੍ਰੈਸ਼ਰ ਆ ਨਾ, ਉਹ ਪਲੇਸ ਟੂ ਪਲੇਸ ਕੀ ਇਹ ਵੇਰੀ ਕਰਦਾ ਰਹਿੰਦਾ, ਟਾਈਮ ਟੂ ਟਾਈਮ ਵੀ ਵੇਰੀ ਕਰਦਾ। ਮੰਨ ਲਓ ਅੱਜ ਹਵਾ ਘੱਟ ਹੈ, ਕੱਲ੍ਹ ਨੂੰ ਹਵਾ ਜ਼ਿਆਦਾ ਹੋ ਜਾਊਗੀ ਤਾਂ ਐਟਮੋਸਫੇਰਿਕ ਪ੍ਰੈਸ਼ਰ ਚੇਂਜ ਹੋ ਜਾਊਗਾ। ਤਾਂ ਇੱਕ ਪਰਟੀਕੂਲਰ ਕੰਡੀਸ਼ਨ 'ਤੇ ਸੀ ਲੈਵਲ 'ਤੇ 0 ਡਿਗਰੀ ਸੈਲਸੀਅਸ ਅਤੇ 45 ਡਿਗਰੀ ਲੈਟੀਟਿਊਡ 'ਤੇ ਜਿਹੜੀ ਵੀ ਪ੍ਰੈਸ਼ਰ ਦੀ ਵੈਲਿਊ ਆਉਂਦੀ ਹੈ ਉਹਨੂੰ ਆਪਾਂ ਸਟੈਂਡਰਡ ਐਟਮੋਸਫੇਰਿਕ ਪ੍ਰੈਸ਼ਰ ਕਹਿੰਦੇ ਹਾਂ। ਹੁਣ ਮੰਨ ਲਓ ਕਿ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਪ੍ਰੈਸ਼ਰ ਦੀ ਵੈਲਿਊ ਸਮਥਿੰਗ ਲਾਈਕ 1.0325 × 10⁵ ਪਾਸਕਲ ਹੁੰਦੀ ਹੈ। ਤਾਂ ਇਹ ਹਰੇਕ ਜਗ੍ਹਾ 'ਤੇ ਨਹੀਂ ਹੁੰਦੀ ਗੀ। ਇਹ ਕਿੱਥੇ ਪੋਸੀਬਲ ਹੁੰਦੀ ਹੈ? ਇਹ ਸਿਰਫ ਇਹ ਕੰਡੀਸ਼ਨ 'ਚ ਹੀ ਪੋਸੀਬਲ ਹੁੰਦੀ ਹੈ। ਸਟੈਂਡਰਡ ਵੈਲਿਊ ਹੈ, ਵੈਸੇ ਪ੍ਰੈਸ਼ਰ ਵੇਰੀ ਕਰਦਾ ਰਹਿੰਦਾ। ਹੁਣ ਆਪਾਂ ਤਾਂ ਸੀ ਲੈਵਲ 'ਤੇ ਰਹਿੰਦੇ ਨਹੀਂ, ਆਪਾਂ ਸੀ ਲੈਵਲ ਤੋਂ ਉੱਪਰ ਰਹਿੰਦੇ ਹਾਂ। ਤਾਂ ਅਗਰ ਆਪਾਂ ਸੀ ਲੈਵਲ ਤੋਂ ਉੱਪਰ ਰਹਿੰਦੇ ਹਾਂ ਤਾਂ ਮਤਲਬ ਕੀ ਹੈ ਕਿ ਆਪਣੇ ਪ੍ਰੈਸ਼ਰ ਕੀ ਹੈ, ਘੱਟ ਹੋਊਗਾ। ਉਹ ਆਪਾਂ ਅੱਗੇ ਜਾ ਕੇ ਦੇਖਾਂਗੇ, ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਪ੍ਰੈਸ਼ਰ ਘੱਟਦਾ ਐਟਮੋਸਫੇਰਿਕ ਪ੍ਰੈਸ਼ਰ। ਤਾਂ ਹੁਣ ਅਗਰ ਮੈਂ ਮੈਜਰ ਕਰਨ ਦੀ ਗੱਲ ਕਰਾਂ ਤਾਂ ਬੈਰੋਮੀਟਰ ਮੈਜਰ ਕਿਵੇਂ ਕਰਦਾ ਐਟਮੋਸਫੇਰਿਕ ਪ੍ਰੈਸ਼ਰ ਨੂੰ? ਤਾਂ ਦੇਖੋ ਇੱਥੇ ਆਪਾਂ ਵੈਕਿਊਮ ਰੱਖ ਲੈਂਦੇ ਹਾਂ। ਵੈਕਿਊਮ ਮੀਨਜ਼ ਲੋ ਪ੍ਰੈਸ਼ਰ। ਲੋ ਪ੍ਰੈਸ਼ਰ ਵੀ ਕਹਿ ਸਕਦੇ ਹਾਂ, ਨੋ ਪ੍ਰੈਸ਼ਰ ਵੀ ਕਹਿ ਸਕਦੇ ਹਾਂ। ਹੁਣ ਪ੍ਰੈਸ਼ਰ ਕ੍ਰੀਏਟ ਕਿਵੇਂ ਹੁੰਦਾ? ਪ੍ਰੈਸ਼ਰ ਕ੍ਰੀਏਟ ਹੁੰਦਾ ਪਾਰਟੀਕਲਸ ਨਾਲ। ਠੀਕ ਹੈ, ਕੋਈ ਏਅਰ ਦੇ ਪਾਰਟੀਕਲਸ ਹੋਣ, ਕੋਈ ਵਾਟਰ ਦੇ ਪਾਰਟੀਕਲਸ ਹੋਣ। ਇੱਥੇ ਕੋਈ ਪਾਰਟੀਕਲ ਨਹੀਂ ਗਾ, 0 ਪਾਰਟੀਕਲ ਹੈ। ਇਹ ਲੋ ਪ੍ਰੈਸ਼ਰ ਜਾਂ ਨੋ ਪ੍ਰੈਸ਼ਰ ਜ਼ੋਨ ਆ। ਵੈਕਿਊਮ ਹੁੰਦਾ ਨੋ ਪ੍ਰੈਸ਼ਰ, ਕੋਈ ਪ੍ਰੈਸ਼ਰ ਨਹੀਂ ਇੱਥੇ ਲੱਗ ਰਿਹਾ ਉੱਪਰੋਂ। ਨੀਚਿਓਂ ਕੀ ਲੱਗ ਰਿਹਾ? ਐਟਮੋਸਫੇਅਰ ਦਾ ਪ੍ਰੈਸ਼ਰ ਇੱਥੇ ਲੱਗ ਰਿਹਾ। ਠੀਕ ਹੈ, ਐਟਮੋਸਫੇਅਰ ਦਾ ਪ੍ਰੈਸ਼ਰ ਇੱਥੇ ਲੱਗੂਗਾ ਤਾਂ ਕੀ ਹੋਊਗਾ? ਇਹ ਐਟਮੋਸਫੇਅਰ ਦਾ ਪ੍ਰੈਸ਼ਰ ਇਹ ਲਿਕੁਇਡ ਨੂੰ ਕੀ ਉੱਪਰ ਨੂੰ ਭੇਜੂਗਾ। ਹੁਣ ਇਹ ਉੱਪਰ ਨੂੰ ਜਦੋਂ ਜਾਊਗਾ, ਇਹ ਮਰਕਰੀ ਵੀ ਹੈਵੀ ਹੁੰਦਾ, ਇਹਦਾ ਵੀ ਆਪਦਾ ਕੋਈ ਵੇਟ ਹੈ, ਇਹਦਾ ਵੀ ਵੇਟ ਲੱਗੂਗਾ, ਇੱਥੇ ਪ੍ਰੈਸ਼ਰ ਲੱਗੂਗਾ। ਜਦੋਂ ਇਸ ਵੇਟ ਦੀ ਵੈਲਿਊ ਇਹ ਪ੍ਰੈਸ਼ਰ ਦੇ ਬਰਾਬਰ ਹੋ ਜੂਗੀ, ਠੀਕ ਹੈ, ਇਸ ਵੇਟ ਦੀ ਵੈਲਿਊ ਇਸ ਪ੍ਰੈਸ਼ਰ ਦੇ ਬਰਾਬਰ ਹੋ ਜੂਗੀ ਤਾਂ ਉੱਥੇ ਆਪਣੇ ਕੋਲ ਇੱਕ ਜਗ੍ਹਾ 'ਤੇ ਜਾ ਕੇ ਰੁਕ ਜੂਗਾ। ਤਾਂ ਜਿੱਥੇ ਵੀ ਉਹ ਰੁਕੂਗਾ ਉੱਥੋਂ ਆਪਾਂ ਰੀਡਿੰਗ ਕੈਲਕੂਲੇਟ ਕਰ ਲਾਂਗੇ ਕਾਹਦੀ? ਐਟਮੋਸਫੇਰਿਕ ਪ੍ਰੈਸ਼ਰ ਦੀ। ਤਾਂ ਇਨ ਟਰਮਸ ਆਫ ਹਾਈਟ ਵੀ ਆਪਾਂ ਕੀ ਕਹਿੰਦੇ ਆ? ਪ੍ਰੈਸ਼ਰ ਕੱਢ ਸਕਦੇ ਹਾਂ। ਹੁਣ ਇਨ ਟਰਮਸ ਆਫ ਹਾਈਟ ਦੇਖੋ, ਆਪਾਂ ਨੂੰ ਤਾਂ ਟਿਊਬ 'ਚ ਸਿਰਫ ਹਾਈਟ ਮਿਲੀ ਹੈ। ਹੁਣ ਆਪਾਂ ਇਹ ਤੋਂ ਐਟਮੋਸਫੇਰਿਕ ਪ੍ਰੈਸ਼ਰ ਦੀ ਵੈਲਿਊ ਕਿਵੇਂ ਕੱਢਾਂਗੇ? ਆਪਾਂ ਨੂੰ ਪਤਾ ਪ੍ਰੈਸ਼ਰ ਦਾ ਜਿਹੜਾ SI ਯੂਨਿਟ ਆ ਪਾਸਕਲ ਹੈ। ਹੁਣ ਕਿਵੇਂ ਹਾਈਟ ਨੂੰ ਆਪਾਂ ਨੂੰ 76 ਸੈਂਟੀਮੀਟਰ ਹਾਈਟ ਮਿਲ ਗਈ। ਅਗਰ ਮੈਂ ਇਹਨੂੰ SI ਯੂਨਿਟ 'ਚ ਕਨਵਰਟ ਕਰਾਂ 76 ਸੈਂਟੀਮੀਟਰ ਨੂੰ ਤਾਂ 0.67 ਮੀਟਰ ਹਾਈਟ ਮਿਲ ਗਈ, ਟਿਊਬ ਦੀ ਲੈਂਥ ਮਿਲ ਗਈ, ਇੰਨਾ ਮਰਕਰੀ ਰਾਈਜ਼ ਹੋਇਆ। ਹੁਣ ਕਿਵੇਂ ਆਪਾਂ ਪ੍ਰੈਸ਼ਰ ਕੱਢਾਂਗੇ? ਤਾਂ ਪ੍ਰੈਸ਼ਰ ਦੇਖਦੇ ਆ, ਜਿਹੜੀ ਸਟੈਂਡਰਡ ਵੈਲਿਊ ਐਟਮੋਸਫੇਰਿਕ ਪ੍ਰੈਸ਼ਰ ਦੀ ਉਹ ਕੀ ਹੈ? ਪ੍ਰੈਸ਼ਰ ਐਗਜ਼ਰਟਡ ਬਾਈ ਮਰਕਰੀ ਕਾਲਮ ਆਫ ਹਾਈਟ 0.76 ਮੀਟਰ 76 ਸੈਂਟੀਮੀਟਰ। ਹੁਣ ਅਗਰ ਕੋਈ ਕੁਐਸਚਨ ਪੁੱਛ ਲੇ ਕਿ ਇੱਥੇ ਤੁਸੀਂ ਮਰਕਰੀ ਹੀ ਕਿਉਂ ਯੂਜ਼ ਕੀਤਾ, ਵਾਟਰ ਕਾਹਤੋਂ ਨਹੀਂ ਯੂਜ਼ ਕੀਤਾ? ਤਾਂ ਵਾਟਰ ਕੀ ਹੈ? ਘੱਟ ਡੈਂਸ ਹੈ। ਘੱਟ ਡੈਂਸ ਹੋਣ ਨਾਲ ਕੀ ਹੈ? ਵਾਟਰ ਦੀ ਟਿਊਬ ਬਹੁਤ ਹੀ ਜ਼ਿਆਦਾ ਲੰਬੀ ਚਾਹੀਦੀ ਹੈ ਐਜ਼ ਕੰਪੇਅਰ ਟੂ ਮਰਕਰੀ ਦੀ ਟਿਊਬ।
ਮਰਕਰੀ ਦੀ ਟਿਊਬ 1 ਮੀਟਰ ਨਾਲ ਵੀ ਕੰਮ ਸਰ ਜਾਂਦਾ, ਠੀਕ ਹੈ, 76 ਸੈਂਟੀਮੀਟਰ ਦੀ ਰਾਈਜ਼ ਹੋਣਾ ਹੈ। ਲੇਕਿਨ ਵਾਟਰ ਦੇ ਕੇਸ 'ਚ 10.34 ਮੀਟਰ ਦੀ ਟਿਊਬ ਚਾਹੀਦੀ ਹੁੰਦੀ ਹੈ, ਇੰਨੀ ਲੰਬੀ ਟਿਊਬ ਚਾਹੀਦੀ ਹੁੰਦੀ ਹੈ ਤਾਂ ਕਿਤੇ ਜਾ ਕੇ ਆਪਾਂ ਉਹਨੂੰ ਟੋਟਲ ਹਾਈਟ ਦੇਖ ਸਕਦੇ ਹਾਂ। ਅਤੇ ਇੰਨੀ ਲੰਬੀ ਟਿਊਬ ਨੂੰ ਕੰਸਟਰਕਟ ਕਰਨਾ ਸੰਭਾਲਣਾ ਬਹੁਤ ਹੀ ਔਖਾ ਹੈ, ਇਸ ਲਈ ਬੈਰੋਮੀਟਰ ਆਪਣੇ ਜਿਹੜਾ ਯੂਜ਼ ਕਰਦੇ ਉਹ 'ਚ ਆਪਾਂ ਮਰਕਰੀ ਯੂਜ਼ ਕਰਦੇ ਹਾਂ, ਇਹਦੀ ਡੈਂਸਿਟੀ ਜ਼ਿਆਦਾ ਹੋਣ ਕਰਕੇ, ਠੀਕ। ਤਾਂ ਹੁਣ ਆਪਣੇ ਕੋਲ ਕੀ ਆ ਗਿਆ, ਹੁਣ ਆਪਾਂ ਕੱਢਣੀ ਹੈ ਵੈਲਿਊ ਕਾਹਦੀ 0.76 ਮੀਟਰ ਤੋਂ ਵੈਲਿਊ ਕੱਢਣੀ ਹੈ ਪ੍ਰੈਸ਼ਰ ਦੀ ਇਨ ਟਰਮਸ ਆਫ ਪਾਸਕਲ। ਤਾਂ ਕਿਵੇਂ ਕੱਢਾਂਗੇ, ਡੈਂਸਿਟੀ ਆਫ ਮਰਕਰੀ 1.36 × 10⁻³ ਜਾਂ ਇੰਨਾ ਯਾਦ ਰੱਖ ਲਿਆ 13.6 × 10⁻³ ਹੁੰਦਾ, ਹਲਕੀ ਗਲਤੀ ਇੱਥੇ 13.6 × 10⁻³ ਕਿਲੋਗ੍ਰਾਮ ਪਰ ਮੀਟਰ ਕਿਊਬ ਡੈਂਸਿਟੀ ਹੁੰਦੀ ਹੈ। ਸਟੈਂਡਰਡ ਐਟਮੋਸਫੇਰਿਕ ਪ੍ਰੈਸ਼ਰ, ਹੁਣ ਪ੍ਰੈਸ਼ਰ ਆਪਾਂ ਫਾਰਮੂਲਾ ਪੜ੍ਹਿਆ ਹੋਇਆ, ਪ੍ਰੈਸ਼ਰ ਆਫ ਲਿਕੁਇਡ H ρg। ਹਾਈਟ ਆਪਾਂ ਨੂੰ ਪਤਾ ਕਿੰਨੀ ਹੈ 0.76, ਠੀਕ ਹੈ। ਆਪਣੇ ਕੋਲ ਡੈਂਸਿਟੀ ਆਫ ਮਰਕਰੀ ਕਿੰਨੀ ਹੈ 13.6 × 10⁻³ ਯਾਦ ਰੱਖਣੀ ਪੈਣੀ ਹੈ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ G ਦੀ ਵੈਲਿਊ 9.8। ਜਦੋਂ ਆਪਾਂ ਇਹਨੂੰ ਮਲਟੀਪਲਾਈ ਕੀਤਾ ਆਪਣੇ ਕੋਲ ਆਨਸਰ ਕਿੰਨਾ ਆ ਗਿਆ 1.013 × 10⁵ ਪਾਸਕਲ। ਇਟ ਮੀਨਸ ਕਿ ਜਿਹੜੀ ਬੈਰੋਮੀਟਰ 'ਚ ਹਾਈਟ ਆਪਾਂ ਨੂੰ ਮਿਲੀ ਸੀਗੀ ਉਹਨੂੰ ਆਪਾਂ ਕਾਹਦੇ 'ਚ ਕਨਵਰਟ ਕਰਤਾ, ਉਹਨੂੰ ਆਪਾਂ ਕਨਵਰਟ ਕਰਤਾ ਪਾਸਕਲ 'ਚ SI ਯੂਨਿਟ 'ਚ, ਠੀਕ ਹੈ। ਤਾਂ ਇਸ ਤਰੀਕੇ ਨਾਲ ਫਾਰਮੂਲਾ ਲਗਾ ਕੇ P = H ρg ਲਗਾ ਕੇ ਆਪਾਂ ਫਾਈਂਡ ਕਰ ਸਕਦੇ ਹਾਂ। ਹੁਣ ਮੰਨ ਲਓ ਤੁਸੀਂ ਬੈਰੋਮੀਟਰ ਘਰ ਲਿਆਂਦਾ ਅਤੇ ਘਰ ਉਸ ਟਿਊਬ ਦੀ ਲੈਂਥ ਮੈਜਰ ਕੀਤੀ ਤਾਂ ਤੁਹਾਨੂੰ ਮੰਨ ਲਓ ਆਈ 70 ਸੈਂਟੀਮੀਟਰ। ਤਾਂ ਹੁਣ ਤੁਸੀਂ ਅਗਰ ਦੱਸਣਾ ਹੈ ਕਿ ਮੇਰੇ ਘਰ 'ਚ ਕਿੰਨਾ ਐਟਮੋਸਫੇਰਿਕ ਪ੍ਰੈਸ਼ਰ ਹੈ ਤਾਂ ਫਾਰਮੂਲਾ ਤੁਸੀਂ ਉਹੀ ਲਗਾਓਗੇ P = H ρg। H ਦੀ ਵੈਲਿਊ ਤੁਸੀਂ ਹੁਣ 70 ਨਹੀਂ 0.7 ਮੀਟਰ ਭਰੋਗੇ ਮੀਟਰ 'ਚ, ਠੀਕ ਹੈ। 13.6 ਡੈਂਸਿਟੀ ਭਰੋਗੇ ਅਤੇ G ਦੀ ਵੈਲਿਊ 9.8 ਭਰੋਗੇ। ਤਾਂ ਸਾਰੀਆਂ ਵੈਲਿਊਜ਼ ਭਰਨ ਤੋਂ ਬਾਅਦ ਜੋ ਵੀ ਆਨਸਰ ਆਊਗਾ ਤੁਹਾਡੇ ਘਰ ਦਾ ਪ੍ਰੈਸ਼ਰ ਹੋਊਗਾ ਇਨ ਟਰਮਸ ਆਫ ਪਾਸਕਲ, ਠੀਕ। ਬਸ ਇੰਨਾ ਧਿਆਨ ਰੱਖਣਾ ਹੈ ਕਿ ਇਸ ਟਿਊਬ ਦੇ ਵਿੱਚ ਇੱਥੇ ਵੈਕਿਊਮ ਹੋਣਾ ਚਾਹੀਦਾ। ਵੈਕਿਊਮ ਕੀ ਹੁੰਦਾ, ਖਾਲੀ ਜਗ੍ਹਾ ਹੋਣੀ ਚਾਹੀਦੀ ਹੈ, ਕੁਛ ਵੀ ਭਰਿਆ ਨਹੀਂ ਹੋਣਾ ਚਾਹੀਦਾ, ਏਅਰ ਤੱਕ ਵੀ ਨਹੀਂ ਹੋਣੀ ਚਾਹੀਦੀ ਹੈਗੀ, ਏਅਰ ਵੀ ਬਾਹਰ ਕੱਢਣੀ ਹੈ ਕਿਸੇ ਤਰੀਕੇ ਨਾਲ, ਠੀਕ। ਨੈਕਸਟ ਆ ਗਿਆ ਵੇਰੀਏਸ਼ਨ ਆਫ ਐਟਮੋਸਫੇਰਿਕ ਪ੍ਰੈਸ਼ਰ। ਪ੍ਰੈਸ਼ਰ ਕਿਵੇਂ ਵੇਰੀ ਕਰਦਾ ਹਾਈਟ ਅਤੇ ਡੈਪਥ ਦੇ ਨਾਲ। ਤਾਂ ਐਟਮੋਸਫੇਰਿਕ ਪ੍ਰੈਸ਼ਰ ਸਭ ਤੋਂ ਜ਼ਿਆਦਾ ਸੀ ਲੈਵਲ 'ਤੇ ਹੁੰਦਾ, ਠੀਕ ਹੈ। ਅਗਰ ਤੁਸੀਂ ਉੱਪਰ ਨੂੰ ਜਾਓਗੇ ਤਾਂ ਵੀ ਪ੍ਰੈਸ਼ਰ ਘਟਦਾ, ਅਗਰ ਨੀਚੇ ਨੂੰ ਜਾਓਗੇ ਤਾਂ ਵੀ। ਨੀਚੇ ਦੀ ਤਾਂ ਚੱਲ ਆਪਾਂ ਗੱਲ ਨਹੀਂ ਕਰਦੇ, ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾਵਾਂਗੇ ਉਵੇਂ ਉਵੇਂ ਐਟਮੋਸਫੇਰਿਕ ਪ੍ਰੈਸ਼ਰ ਘਟੂਗਾ। ਹੁਣ ਕਿਉਂ ਘਟੂਗਾ ਉਹ ਸਮਝਦੇ ਆ। ਤਾਂ ਉਹਦੇ ਲਈ ਕੀ ਰੀਜ਼ਨ ਆ, ਦੇਖੋ ਜਿੰਨਾ ਆਪਾਂ ਸੀ ਲੈਵਲ 'ਤੇ ਰਵਾਂਗੇ ਉਨੇ ਜ਼ਿਆਦਾ ਪਾਰਟੀਕਲਸ ਆਪਣੇ ਆਲੇ ਦੁਆਲੇ ਹੋਣਗੇ। ਜਿੰਨੇ ਜ਼ਿਆਦਾ ਪਾਰਟੀਕਲਸ ਆਪਣੇ ਆਲੇ ਦੁਆਲੇ ਹੋਣਗੇ ਉਨੇ ਜ਼ਿਆਦਾ ਆਪਣੀ ਬੋਡੀ ਨਾਲ ਸਟਰਾਈਕ ਕਰਨਗੇ, ਓਨਾ ਜ਼ਿਆਦਾ ਪ੍ਰੈਸ਼ਰ ਹੋਊਗਾ। ਜਿਵੇਂ ਜਿਵੇਂ ਆਪਾਂ ਉੱਪਰ ਜਾਵਾਂਗੇ ਉਵੇਂ ਉਵੇਂ ਪਾਰਟੀਕਲਸ ਘਟਦੇ ਜਾਣਗੇ। ਉੱਪਰ ਪਾਰਟੀਕਲਸ ਘੱਟ ਹੈ, ਨੀਚੇ ਪਾਰਟੀਕਲਸ ਜ਼ਿਆਦਾ ਹੈ। ਮੰਨ ਲਓ ਆਪਾਂ ਇੱਕ ਸੀ ਕੋਲ ਹੀ ਖੜ੍ਹੇ ਆ, ਮੰਨ ਲਓ ਸੀ ਕੋਲ ਵਾਟਰ ਜਿਹੜਾ ਪਾਣੀ ਹੈ ਉਹਦੇ ਵੇਪਰ ਬਣਦੇ ਆ ਨਾ, ਵਾਟਰ ਵੇਪਰ। ਤਾਂ ਵਾਟਰ ਵੇਪਰ ਸੀ ਕੋਲ ਜ਼ਿਆਦਾ ਹੋਣਗੇ ਕਿਉਂਕਿ ਬਹੁਤ ਉੱਚੇ ਜਾ ਕੇ ਜ਼ਿਆਦਾ ਹੋਣਗੇ, ਓਬਵੀਅਸਲੀ ਸੀ ਕੋਲ ਵਾਟਰ ਵੇਪਰ ਜ਼ਿਆਦਾ ਹੋਣਗੇ। ਤਾਂ ਬਾਕੀ ਵੀ ਗੈਸਿਸ ਸੀ ਕੋਲ ਜ਼ਿਆਦਾ ਮਤਲਬ ਨੀਚੇ ਲੈਵਲ 'ਤੇ ਜ਼ਿਆਦਾ ਹੋਣਗੇ ਆ। ਤਾਂ ਜਿੰਨੇ ਜ਼ਿਆਦਾ ਪਾਰਟੀਕਲਸ ਹੋਣਗੇ ਉਨੇ ਜ਼ਿਆਦਾ ਸਟਰਾਈਕ ਕਰਨਗੇ, ਉਨਾ ਜ਼ਿਆਦਾ ਪ੍ਰੈਸ਼ਰ ਹੋਊਗਾ। ਜਿਵੇਂ ਜਿਵੇਂ ਉੱਪਰ ਜਾਵਾਂਗੇ ਉਵੇਂ ਉਵੇਂ ਪਾਰਟੀਕਲਸ ਘਟੀ ਜਾਣਗੇ। ਪਾਰਟੀਕਲਸ ਘਟਣਗੇ ਤਾਂ ਲੈਵਲ ਕੀ ਹੈ ਆਪਣਾ, ਪ੍ਰੈਸ਼ਰ ਕੀ ਹੈ, ਘਟਣਾ ਸ਼ੁਰੂ ਹੋ ਜਾਊ। ਤਾਂ ਜਿਵੇਂ ਜਿਵੇਂ ਉੱਪਰ ਜਾਵਾਂਗੇ ਉਵੇਂ ਐਟਮੋਸਫੇਰਿਕ ਪ੍ਰੈਸ਼ਰ ਘਟੂਗਾ। ਨੈਕਸਟ ਆ ਗਿਆ, ਅਗਰ ਆਪਾਂ ਕਾਮ ਵੈਦਰ ਦੀ ਗੱਲ ਕਰੀਏ, ਕਾਮ ਵੈਦਰ ਮਤਲਬ ਬਹੁਤ ਜ਼ਿਆਦਾ ਹਵਾ ਮੂਵ ਨਹੀਂ ਕਰ ਰਹੀ। ਅਗਰ ਬਹੁਤ ਜ਼ਿਆਦਾ ਹਵਾ ਮੂਵ ਨਹੀਂ ਕਰ ਰਹੀ ਜਾਂ ਵਿੰਟਰ ਸੀਜ਼ਨ ਦੀ ਗੱਲ ਕਰੀਏ ਉਦੋਂ ਐਟਮੋਸਫੇਰਿਕ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ। ਜਦੋਂ ਸਟਰੋਮ ਹੁੰਦੀ ਹੈ ਜਾਂ ਸਨੀ ਡੇ ਹੁੰਦਾ ਐਟਮੋਸਫੇਰਿਕ ਪ੍ਰੈਸ਼ਰ ਘੱਟ ਹੁੰਦਾ। ਕਿਉਂ? ਤਾਂ ਸਮਝੋ ਇਹਦਾ ਰੀਜ਼ਨ ਕੀ ਹੈ। ਦੇਖੋ ਅਗਰ ਮੈਂ ਗੱਲ ਕਰਾਂ ਕਾਮ ਵੈਦਰ 'ਚ ਜਿਹੜੇ ਪਾਰਟੀਕਲਸ ਹੈ ਉਹ ਨੇੜੇ ਨੇੜੇ ਹੁੰਦੇ ਆ। ਨੇੜੇ ਨੇੜੇ ਹੋਣ ਕਰਕੇ ਕੀ ਆ, ਉਹ ਜ਼ਿਆਦਾ ਸਟਰਾਈਕ ਕਰਦੇ ਆ ਬੋਡੀ ਨਾਲ, ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰਦੇ ਆ। ਸਟਰੋਮ 'ਚ ਕੀ ਹੁੰਦਾ ਜਾਂ ਸਮਰ 'ਚ ਕੀ ਹੁੰਦਾ, ਸਮਰ 'ਚ ਦੇਖੋ ਗਰਮੀ ਹੈ, ਗਰਮੀ 'ਚ ਜਿਹੜਾ ਆਪਣਾ ਟੈਂਪਰੇਚਰ ਵਧਣ ਨਾਲ ਪਾਰਟੀਕਲਸ ਨੇੜੇ ਨੇੜੇ ਹੋਣਗੇ ਕਿ ਦੂਰ ਦੂਰ ਜਾਣਗੇ। ਓਬਵੀਅਸਲੀ ਪਾਰਟੀਕਲਸ ਕੀ ਹੈ, ਦੂਰ ਦੂਰ ਜਾਣਗੇ। ਸਮਰ 'ਚ ਦੂਰ ਦੂਰ ਜਾਣਗੇ ਤਾਂ ਹੁਣ ਘੱਟ ਪਾਰਟੀਕਲਸ ਆਪਣੀ ਬੋਡੀ ਨਾਲ ਸਟਰਾਈਕ ਹੋ ਰਹੇ ਆ ਅਤੇ ਘੱਟ ਪ੍ਰੈਸ਼ਰ ਕ੍ਰੀਏਟ ਕਰਨਗੇ। ਸਟਰੋਮ 'ਚ ਕੀ ਹੁੰਦਾ ਹੈ,
ਬਹੁਤ ਸਾਰੇ ਪਾਰਟੀਕਲਸ ਕੀ ਹੈ ਉੱਡ ਜਾਂਦੇ ਆ ਹਵਾ ਨਾਲ, ਦੂਰ ਹੋ ਜਾਂਦੇ ਆ। ਤਾਂ ਬਹੁਤ ਸਾਰੇ ਪਾਰਟੀਕਲਸ ਜੇ ਹਵਾ ਨਾਲ ਦੂਰ ਹੋਈ ਜਾਣਗੇ ਤਾਂ ਪਾਰਟੀਕਲਸ ਉਸ ਏਰੀਏ 'ਚ ਕੀ ਹੈ ਘਟ ਜਾਣਗੇ, ਜਿਹਦੇ ਨਾਲ ਕੀ ਹੈ ਉੱਥੋਂ ਦਾ ਐਟਮੋਸਫੇਰਿਕ ਪ੍ਰੈਸ਼ਰ ਘਟ ਜਾਊਗਾ। ਠੀਕ। ਨੈਕਸਟ ਆ ਗਿਆ ਇਫੈਕਟ ਆਫ ਐਟਮੋਸਫੇਰਿਕ ਪ੍ਰੈਸ਼ਰ। ਕੀ ਇਫੈਕਟ ਹੈ ਐਟਮੋਸਫੇਰਿਕ ਪ੍ਰੈਸ਼ਰ ਦਾ? ਤਾਂ ਪਹਿਲਾ ਹੈਗਾ ਲਿਕੁਇਡ ਰਾਈਜ਼ਿਸ ਇਨ ਦ ਸਰਿੰਜ ਵੈਨ ਪਿਸਟਨ ਇਜ਼ ਪੁਲਡ। ਆਹ ਚੀਜ਼ ਤੁਸੀਂ ਦੇਖੀ ਹੋਣੀ ਹੈ ਕਿ ਡਾਕਟਰ ਜਦੋਂ ਸਰਿੰਜ ਫਿਲ ਕਰਦੇ ਆ ਉਦੋਂ ਆਪਣੇ ਆਪ ਹੀ ਜਿਹੜਾ ਲਿਕੁਇਡ ਹੈ ਉਹ ਕੀ ਹੈ ਸਰਿੰਜ 'ਚ ਐਂਟਰ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਪਿਸਟਨ ਨੂੰ ਬੈਕ ਕਰਦੇ ਆ। ਜਿਹੜਾ ਪਿੱਛੇ ਮੂਵ ਕਰ ਰਿਹਾ ਇਹਨੂੰ ਪਿਸਟਨ ਕਹਿੰਦੇ ਆ। ਹੁਣ ਇਹ ਕਿਉਂ ਹੁੰਦਾ ਧਿਆਨ ਨਾਲ ਸਮਝੋ। ਜਦੋਂ ਇਹ ਪਿਸਟਨ ਨੂੰ ਮੂਵ ਕਰਦੇ ਆ, ਪਿਸਟਨ ਨੂੰ ਪਿੱਛੇ ਲੈ ਕੇ ਜਾਂਦੇ ਆ, ਇੱਥੇ ਕੀ ਹੈ ਵੈਕਿਊਮ ਕ੍ਰੀਏਟ ਹੋਣ ਲੱਗ ਜਾਂਦਾ। ਵੈਕਿਊਮ ਮੀਨਸ ਲੋ ਪ੍ਰੈਸ਼ਰ ਜ਼ੋਨ। ਲੋ ਪ੍ਰੈਸ਼ਰ ਇੱਥੇ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਅਤੇ ਬਾਹਰ ਹੈ ਜਿਹੜਾ ਠੀਕ ਹੈ ਸਰਿੰਜ, ਇੱਥੇ ਕੀ ਹੈ ਐਟਮੋਸਫੇਰਿਕ ਪ੍ਰੈਸ਼ਰ ਹੈ। ਐਟਮੋਸਫੇਰਿਕ ਪ੍ਰੈਸ਼ਰ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਹ ਕੀ ਐਟਮੋਸਫੇਰਿਕ ਪ੍ਰੈਸ਼ਰ ਲਿਕੁਇਡ, ਮਤਲਬ ਇਹ ਜਿਹੜਾ ਲਿਕੁਇਡ ਹੈ ਇਹਦੇ 'ਤੇ ਕੀ ਐਟਮੋਸਫੇਰਿਕ ਪ੍ਰੈਸ਼ਰ ਲੱਗ ਰਿਹਾ। ਅਤੇ ਆਪਾਂ ਨੂੰ ਪਤਾ ਲਿਕੁਇਡ ਜਾਂ ਕੋਈ ਵੀ ਚੀਜ਼ ਆਲਵੇਜ਼ ਮੂਵ ਫਰੋਮ ਹਾਇਰ ਪ੍ਰੈਸ਼ਰ ਟੂ ਲੋਅਰ ਪ੍ਰੈਸ਼ਰ। ਤਾਂ ਜਿਹੜਾ ਲਿਕੁਇਡ ਆ ਹਾਇਰ ਪ੍ਰੈਸ਼ਰ ਟੂ ਲੋਅਰ ਪ੍ਰੈਸ਼ਰ ਕੀ ਹੈ ਸਰਿੰਜ 'ਚ ਫਿਲ ਹੋਣਾ ਸ਼ੁਰੂ ਹੋ ਜਾਂਦਾ। ਤਾਂ ਲਿਕੁਇਡ ਰਾਈਜ਼ ਹੋਣਾ ਸ਼ੁਰੂ ਹੋ ਜਾਂਦਾ ਸਰਿੰਜ 'ਚ ਜਦੋਂ ਆਪਾਂ ਪਿਸਟਨ ਨੂੰ ਪਿੱਛੇ ਲੈਂਦੇ ਹਾਂ। ਬਸ ਇੰਨੀ ਚੀਜ਼ ਯਾਦ ਰੱਖਣੀ ਹੈ, ਜਦੋਂ ਆਪਾਂ ਪਿਸਟਨ ਨੂੰ ਪਿੱਛੇ ਕਰਦੇ ਹਾਂ ਇੱਥੇ ਵੈਕਿਊਮ ਕ੍ਰੀਏਟ ਹੁੰਦਾ। ਵੈਕਿਊਮ ਮੀਨਸ ਲੋ ਪ੍ਰੈਸ਼ਰ ਜ਼ੋਨ। ਬਾਹਰ ਕੀ ਐਟਮੋਸਫੇਅਰ ਪ੍ਰੈਸ਼ਰ ਹੈ। ਤਾਂ ਦਵਾਈ 'ਤੇ ਕੀ ਹੈ ਜਾਂ ਬਲੱਡ 'ਤੇ ਕੀ ਐਟਮੋਸਫੇਅਰ ਦਾ ਪ੍ਰੈਸ਼ਰ ਲੱਗਦਾ। ਤਾਂ ਜਿਹੜਾ ਬਲੱਡ ਹੈ ਜਾਂ ਕੋਈ ਵੀ ਦਵਾਈ ਹੈ ਮੂਵ ਫਰੋਮ ਹਾਇਰ ਪ੍ਰੈਸ਼ਰ ਟੂ ਲੋਅਰ ਪ੍ਰੈਸ਼ਰ, ਇਸ ਲਈ ਕੀ ਹੈ ਉਹ ਰਾਈਜ਼ਿਸ ਅਪ ਹੋਣ ਲੱਗ ਜਾਂਦੀ ਹੈ ਸਰਿੰਜ 'ਚ। ਨੈਕਸਟ ਆ ਗਿਆ ਇੰਕ ਗੈਟਸ ਫਿਲਡ ਇਨ ਫਾਊਂਟੇਨ ਪੈਨ। ਹੁਣ ਦੇਖੋ ਇਸ ਫਾਊਂਟੇਨ ਪੈਨ 'ਚ ਇੰਕ ਕਿਵੇਂ ਫਿਲਡ ਹੁੰਦੀ ਹੈ। ਜਦੋਂ ਆਪਾਂ ਪ੍ਰੈਸ ਕੀਤਾ ਇੱਥੇ ਵੈਕਿਊਮ ਆ ਗਿਆ। ਜਦੋਂ ਇਹ ਵੈਕਿਊਮ ਆਪਣਾ ਕੀ ਕਹਿੰਦੇ ਨੇ ਛੱਡਦੇ ਆ ਤਾਂ ਇਹ ਕੀ ਹੈ ਇੱਥੇ ਇੰਕ ਫਿਲ ਹੋਣ ਲੱਗ ਜਾਂਦੀ ਹੈ। ਹੁਣ ਦੁਬਾਰਾ ਸਮਝਦੇ ਹਾਂ ਕੀ ਹੁੰਦਾ। ਮੰਨ ਲਓ ਕਿ ਆਪਾਂ ਇਹਨੂੰ ਕੀ ਹੈ ਇੱਕ ਵਾਰੀ ਕੰਪਰੈਸ ਕੀਤਾ। ਕੰਪਰੈਸ ਕਰਨ ਨਾਲ ਇਹਦੀ ਜਿੰਨੀ ਵੀ ਏਅਰ ਹੈ ਉਹਨੂੰ ਆਪਾਂ ਬਾਹਰ ਕੱਢ ਦਿੰਦੇ ਹਾਂ। ਹੁਣ ਆਪਾਂ ਜਦੋਂ ਇਹਨੂੰ ਛੱਡਾਂਗੇ, ਦੇਖੋ ਜੀ ਹੁਣ ਜਦੋਂ ਆਪਾਂ ਇਹਨਾਂ ਨੂੰ ਬੈਕ ਲੈ ਕੇ ਗਏ ਏਅਰ ਤਾਂ ਹੈ ਨਹੀਂ ਸੀਗੀ। ਤਾਂ ਜਦੋਂ ਪਿੱਛੇ ਨੂੰ ਜਾਣਾ ਸ਼ੁਰੂ ਹੋਇਆ ਸਪਰਿੰਗ ਐਕਸ਼ਨ ਨਾਲ, ਇੱਥੇ ਕੀ ਹੈ ਵੈਕਿਊਮ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ। ਵੈਕਿਊਮ ਮੀਨਸ ਲੋ ਪ੍ਰੈਸ਼ਰ ਜ਼ੋਨ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ। ਲੇਕਿਨ ਇਸ ਇੰਕ 'ਤੇ ਕੀ ਹੈ ਐਟਮੋਸਫੇਅਰ ਦਾ ਪ੍ਰੈਸ਼ਰ ਲੱਗ ਰਿਹਾ ਵਿਚ ਇਜ਼ ਹਾਈ ਪ੍ਰੈਸ਼ਰ। ਤਾਂ ਜਿਹੜੀ ਇੰਕ ਮੂਵ ਕਰੂਗੀ ਫਰੋਮ ਹਾਇਰ ਪ੍ਰੈਸ਼ਰ ਟੂ ਲੋਅਰ ਪ੍ਰੈਸ਼ਰ ਤਾਂ ਆਪਣੇ ਆਪ ਕੀ ਹੈ ਸਰਿੰਜ ਫਿਲ ਹੋਣਾ ਸਟਾਰਟ ਕਰ ਦੋਗੇ। ਤਾਂ ਇਹਦਾ ਵੀ ਕੌਜ਼ ਕੀ ਹੈ ਐਟਮੋਸਫੇਰਿਕ ਪ੍ਰੈਸ਼ਰ ਹੀ ਹੈ। ਨੈਕਸਟ ਆ ਗਿਆ ਰਬਰ ਸਕਸ਼ਨ ਪੈਡਸ। ਹੁਣ ਰਬਰ ਸਕਸ਼ਨ ਪੈਡਸ 'ਚ ਇਸ ਤਰ੍ਹਾਂ ਦੇ ਤੁਸੀਂ ਪੈਡਸ ਦੇਖੇ ਹੋਣੇ ਆ। ਇਹ ਕਿਵੇਂ ਆਪਣਾ ਵਰਕ ਕਰਦੇ ਆ ਇਹ ਸਮਝਦੇ ਆ ਧਿਆਨ ਨਾਲ। ਰਬਰ ਸਕਸ਼ਨ ਪੈਡਸ ਵਿੱਚ ਕੀ ਹੁੰਦਾ, ਜਦੋਂ ਇਹ ਪਰਸਨ ਆਪਣਾ ਇੱਥੇ ਰਬਰ ਸਕਸ਼ਨ ਪੈਡ ਲਗਾਉਂਦਾ ਇਹ ਕੀ ਇੱਕ ਵਾਰੀ ਪੈਡ ਨੂੰ ਕੰਪਰੈਸ ਕਰਦਾ, ਠੀਕ ਹੈ, ਇਹਨੂੰ ਦਬਾਉਂਦਾ ਹੈ। ਕੰਪਰੈਸ ਕਰਨ ਨਾਲ ਜਿੰਨੀ ਵੀ ਇੱਥੇ ਏਅਰ ਹੁੰਦੀ ਹੈ ਉਹ ਸਾਰੀ ਬਾਹਰ ਨਿਕਲ ਜਾਂਦੀ ਹੈ। ਇੱਥੇ ਬਾਹਰ ਨਿਕਲ ਕੇ ਰਬਰ ਸਕਸ਼ਨ ਪੈਡ ਫਿਰ ਆਪਦੀ ਪੋਜੀਸ਼ਨ 'ਤੇ ਵਾਪਸ ਆ ਜਾਂਦੇ ਆ। ਹੁਣ ਅੰਦਰ ਹੈ ਜਿਹੜਾ ਉਹ ਕੀ ਹੈ ਲੋ ਪ੍ਰੈਸ਼ਰ ਜ਼ੋਨ ਹੈ। ਹੁਣ ਅੰਦਰ ਲੋ ਪ੍ਰੈਸ਼ਰ ਜ਼ੋਨ ਕਿਉਂ ਹੈ? ਕਿਉਂਕਿ ਇਹਨੇ ਕੀ ਹੈ ਰਬਰ ਸਕਸ਼ਨ ਪੈਡ ਨੂੰ ਦਬਾਤਾ ਸੀਗਾ। ਜਿੰਨੀ ਵੀ ਏਅਰ ਸੀ, ਜਿੰਨਾ ਵੀ ਐਟਮੋਸਫੇਰਿਕ ਪ੍ਰੈਸ਼ਰ ਸੀਗਾ ਉਹ ਬਾਹਰ ਕੱਢਤਾ ਸੀਗਾ। ਹੁਣ ਇੱਥੇ ਵੈਕਿਊਮ ਕ੍ਰੀਏਟ ਹੋਇਆ ਹੋਇਆ, ਲੋ ਪ੍ਰੈਸ਼ਰ ਜ਼ੋਨ ਕ੍ਰੀਏਟ ਹੋਇਆ ਹੋਇਆ ਅਤੇ ਬਾਹਰੋਂ ਕੀ ਲੱਗ ਰਿਹਾ ਹਾਈ ਪ੍ਰੈਸ਼ਰ ਜ਼ੋਨ ਮੀਨਸ ਐਟਮੋਸਫੇਰਿਕ ਪ੍ਰੈਸ਼ਰ ਲੱਗ ਰਿਹਾ। ਤਾਂ ਐਟਮੋਸਫੇਰਿਕ ਪ੍ਰੈਸ਼ਰ ਕੀ ਹੈ ਇਹਨੂੰ ਆਪਣਾ ਕੀ ਕਹਿੰਦੇ ਚਿਪਕਾ ਕੇ ਰੱਖਦਾ ਗਲਾਸ ਨਾਲ, ਜਿਹਦੇ ਕਰਕੇ ਕਿ ਰਬਰ ਸਕਸ਼ਨ ਪੈਡ ਗਲਾਸ ਨਾਲ ਕੀ ਹੈ ਹਮੇਸ਼ਾ ਚਿਪਕੇ ਰਹਿੰਦੇ ਆ। ਠੀਕ ਹੈ, ਤਾਂ ਇਹ ਐਟਮੋਸਫੇਰਿਕ ਦਾ ਇਫੈਕਟ ਸੀਗਾ। ਨੈਕਸਟ ਆ ਗਿਆ ਲਿਜ਼ਰਡਸ ਆਰ ਏਬਲ ਟੂ ਅਡਹੇਅਰ ਟੂ ਵਾਲ। ਜਿਹੜੀਆਂ ਛਿਪਕਲੀਆਂ ਉਹ ਕਿਵੇਂ ਚਿਪਕ ਕੇ ਰਹਿ ਜਾਂਦੀਆਂ ਵਾਲ ਨਾਲ? ਤਾਂ ਚਿਪਕ ਕੇ ਰਹਿ ਜਾਂਦੀ ਹੈ ਕਿਉਂਕਿ ਜਿਹੜੀ ਛਿਪਕਲੀ ਦੇ ਆਪਣਾ ਪੰਜੇ ਹੁੰਦੇ ਆ, ਪੈਰ ਹੁੰਦੇ ਆ, ਇਹ ਕੀ ਹੁੰਦੇ ਆ ਐਜ਼ ਅ ਰਬਰ ਸਕਸ਼ਨ ਪੈਡ ਐਕਟ ਕਰਦੇ ਆ। ਇਹ ਕੀ ਕਰਦੇ ਆ ਇਹ ਨਾ ਦਬਾ ਦਿੰਦੀਆਂ ਆਪਦੇ ਪੰਜੇ ਨੂੰ ਨਾ ਦਬਾ ਦਿੰਦੀਆਂ। ਜਿਸ ਦਬਾਉਣ ਨਾਲ ਕੀ ਹੈ ਇੱਥੋਂ ਜਿਹੜੀ ਏਅਰ ਹੁੰਦੀ ਹੈ ਉਹ ਕੀ ਖਤਮ ਹੋ ਜਾਂਦੀ ਹੈ। ਇੱਥੇ ਏਅਰ ਖਤਮ ਹੋਣ ਕਰਕੇ ਇੱਥੇ ਵੈਕਿਊਮ ਕ੍ਰੀਏਟ ਹੋ ਜਾਂਦਾ। ਠੀਕ ਹੈ, ਲੋ ਪ੍ਰੈਸ਼ਰ ਜ਼ੋਨ ਕ੍ਰੀਏਟ ਹੋ ਜਾਂਦਾ ਅਤੇ ਬਾਹਰੋਂ ਹਾਈ ਪ੍ਰੈਸ਼ਰ ਜ਼ੋਨ ਹੀ ਲੱਗਦਾ। ਠੀਕ ਹੈ, ਬਾਹਰੋਂ ਹਾਈ ਪ੍ਰੈਸ਼ਰ ਜ਼ੋਨ ਲੱਗਦਾ, ਅੰਦਰ ਲੋ ਪ੍ਰੈਸ਼ਰ ਜ਼ੋਨ ਹੈ, ਬਾਹਰ ਹਾਈ ਪ੍ਰੈਸ਼ਰ ਜ਼ੋਨ ਹੈ। ਤਾਂ ਇਹ ਕੀ ਹੈ ਹਾਈ ਪ੍ਰੈਸ਼ਰ ਜ਼ੋਨ, ਹਾਈ ਪ੍ਰੈਸ਼ਰ ਕੀ ਹੈ ਇਹ ਲਿਜ਼ਰਡ ਨੂੰ ਚਿਪਕਾ ਕੇ ਰੱਖਦਾ ਵਾਲ ਦੇ ਨਾਲ। ਠੀਕ, ਵੀ ਆਰ ਏਬਲ ਟੂ ਸਕ ਦ ਕੋਲਡ ਡਰਿੰਕ। ਹੁਣ ਕੋਲਡ ਡਰਿੰਕ ਦਾ ਕੰਸੈਪਟ ਸਮਝੋ ਕਿ ਆਪਾਂ ਕਿਵੇਂ ਕੋਲਡ ਡਰਿੰਕ ਨੂੰ ਸਕ ਕਰ ਲੈਂਦੇ ਹਾਂ। ਠੀਕ ਹੈ, ਤਾਂ ਇਹਦਾ ਕੰਸੈਪਟ ਕੀ ਹੈ ਦੇਖੋ,
ਇੱਥੇ ਆਪਾਂ ਮਾਊਥ 'ਚ ਕੀ ਕਰਦੇ ਹਾਂ, ਆਪਦੀ ਏਅਰ ਨੂੰ ਕਦੇ ਵੀ ਜੋ ਕੋਲਡ ਡਰਿੰਕ ਸਕ ਕਰਦੇ ਉਹਨੂੰ ਧਿਆਨ ਨਾਲ ਓਬਜ਼ਰਵ ਕਰਿਓ। ਆਪਾਂ ਕੀ ਕਰਦੇ ਹਾਂ, ਆਪਦੀ ਮਾਊਥ ਦੀ ਜਿਹੜੀ ਏਅਰ ਹੁੰਦੀ ਹੈ ਨਾ, ਉਹਨੂੰ ਆਪਾਂ ਅੰਦਰ ਤੱਕ ਲੈ ਜਾਂਦੇ ਹਾਂ, ਲੰਗਸ ਤੱਕ ਲੈ ਜਾਂਦੇ ਹਾਂ, ਜਿਹਦੇ ਕਰਕੇ ਕੀ ਹੁੰਦਾ, ਇੱਥੇ ਵੈਕਿਊਮ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਕਦੇ ਵੀ ਮੂੰਹ ਖੋਲ੍ਹ ਕੇ ਸਕ ਕਰਨ ਦੀ ਕੋਸ਼ਿਸ਼ ਕਰਿਆ ਜੇ, ਕਦੇ ਨਹੀਂ ਸਕਸ਼ਨ ਹੋਊਗੀ। ਕਿਉਂ ਨਹੀਂ ਹੋਊਗੀ? ਅਗਰ ਪੂਰਾ ਮੂੰਹ ਖੋਲ੍ਹ ਕੇ ਤੁਸੀਂ ਹਵਾ ਸਕ ਕਰੋਗੇ ਹਵਾ, ਤਾਂ ਹੋਰ ਹਵਾ ਹੀ ਅੰਦਰ ਚਲੀ ਜਾਊਗੀ। ਤਾਂ ਐਟਮੋਸਫੇਅਰ ਹੀ ਸੀਗਾ ਅੰਦਰ, ਉਹ ਆਪਣਾ ਹੋਰ ਏਅਰ ਅੰਦਰ ਚਲੀ ਗਈ, ਤਾਂ ਕੋਈ ਵੀ ਸਕਸ਼ਨ ਪ੍ਰੋਸੈਸ ਇੱਥੇ ਨਹੀਂ ਹੋਊਗਾ। ਲੇਕਿਨ ਜਦੋਂ ਆਪਾਂ ਮਾਊਥ ਬੰਦ ਕਰਦੇ ਹੈ ਅਤੇ ਹਵਾ ਨੂੰ ਸਕ ਕਰਦੇ ਹੈ, ਤਾਂ ਆਪਾਂ ਆਪਦੇ ਮਾਊਥ 'ਚ ਕੀ ਹੈ, ਵੈਕਿਊਮ ਕ੍ਰੀਏਟ ਕਰ ਲੈਂਦੇ ਹਾਂ। ਉਹ ਵੈਕਿਊਮ ਨਾਲ ਕੀ ਹੈ, ਉਹ ਕੀ ਬਣ ਜਾਂਦਾ, ਲੋ ਪ੍ਰੈਸ਼ਰ ਜ਼ੋਨ। ਅਤੇ ਇੱਥੇ ਆਪਣਾ ਕੀ ਹੈ, ਕੋਲਡ ਡਰਿੰਕ 'ਤੇ ਲੱਗ ਰਿਹਾ ਐਟਮੋਸਫੇਅਰ ਦਾ ਪ੍ਰੈਸ਼ਰ, ਵਿਚ ਇਜ਼ ਹਾਈ ਪ੍ਰੈਸ਼ਰ ਜ਼ੋਨ। ਤਾਂ ਜਿਹੜਾ ਕੋਲਡ ਡਰਿੰਕ ਹੈ ਜਾਂ ਵਾਟਰ ਹੈ, ਉਹ ਕਿਵੇਂ ਮੂਵ ਕਰਨਾ ਸ਼ੁਰੂ ਕਰ ਦਿੰਦਾ, ਫਰੋਮ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ। ਤਾਂ ਜਿਹਦੇ ਕਰਕੇ ਕੀ ਹੈ, ਕੋਲਡ ਡਰਿੰਕ ਆਪਣੇ ਮਾਊਥ ਤੱਕ ਪਹੁੰਚ ਜਾਂਦਾ। ਤਾਂ ਇਹ ਵੀ ਕਾਹਦੇ ਕਰਕੇ ਹੋਇਆ, ਐਟਮੋਸਫੇਰਿਕ ਪ੍ਰੈਸ਼ਰ ਕਰਕੇ ਹੋਇਆ। ਅਗਰ ਐਟਮੋਸਫੇਰਿਕ ਪ੍ਰੈਸ਼ਰ ਨਾ ਹੁੰਦਾ ਤਾਂ ਇਹ ਚੀਜ਼ ਨਹੀਂ ਹੋਣੀ ਸੀ। ਠੀਕ ਹੈ, ਐਸਟਰੋਨੌਟ ਹੈ, ਉਹ ਸਪੈਸ਼ਲ ਸੂਟ ਪਹਿਨਦੇ ਆ ਕਿੱਥੇ ਜਾ ਕੇ, ਉੱਪਰ ਜਾ ਕੇ, ਤਾਂ ਕਿ ਕੀ ਹੈ, ਜਿਹੜਾ ਉਹਨਾਂ ਦਾ ਪ੍ਰੈਸ਼ਰ ਹੈ ਉਹ ਇਕੁਅਲਾਈਜ਼ ਹੋ ਜਾਵੇ। ਹੁਣ ਇਹ ਕਿਉਂ ਹੁੰਦਾ, ਧਿਆਨ ਨਾਲ ਸਮਝੋ। ਇਸ ਐਸਟਰੋਨੌਟ ਦੇ ਕੇਸ 'ਚ ਕੀ ਹੁੰਦਾ ਕਿ ਜਦੋਂ ਉੱਪਰ ਜਾਂਦੇ ਆ, ਉੱਪਰ ਜਾਣ ਦਾ ਮਤਲਬ ਜਦੋਂ ਕੀ ਆ, ਮੂਨ ਜਾਂ ਆਪਣਾ ਕੀ ਕਹਿੰਦੇ ਆ ਗਲੈਕਸੀ ਵਗੈਰਾ 'ਚ ਜਾਂਦੇ ਆ, ਉੱਥੇ ਜਾ ਕੇ ਕੀ ਹੈ, ਵੈਕਿਊਮ ਹੁੰਦਾ। ਵੈਕਿਊਮ ਮੀਨਸ ਨੋ ਪਾਰਟੀਕਲਸ। ਤਾਂ ਉੱਥੇ ਬਹੁਤ ਹੀ ਲੋ ਪ੍ਰੈਸ਼ਰ ਜ਼ੋਨ ਹੁੰਦਾ, ਅਤੇ ਇਹਨਾਂ ਦੇ ਬਲੱਡ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਹੁੰਦਾ। ਆਪਣਾ ਜਿਹੜਾ ਬਲੱਡ ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਦੇ ਇਕੁਅਲ ਹੀ ਹੁੰਦਾ। ਤਾਂ ਅੰਦਰੋਂ ਬਲੱਡ ਪ੍ਰੈਸ਼ਰ ਕੀ ਹੈ, ਬਹੁਤ ਜ਼ਿਆਦਾ ਲੱਗ ਰਿਹਾ ਹੁੰਦਾ, ਅਤੇ ਬਾਹਰ ਕੀ ਹੈ, ਲੋ ਪ੍ਰੈਸ਼ਰ ਜ਼ੋਨ ਹੈ, ਜਿਹਦੇ ਕਰਕੇ ਕੀ ਹੈ, ਆਪਣੀਆਂ ਵੇਨਸ ਕੀ ਹੈ, ਬਰਸਟ ਹੋ ਸਕਦੀਆਂ। ਪੂਰਾ ਪਰਸਨ ਬਰਸਟ ਹੋ ਸਕਦਾ। ਕਿਉਂਕਿ ਅੰਦਰ ਬਹੁਤ ਹੀ ਹਾਈ ਪ੍ਰੈਸ਼ਰ ਜ਼ੋਨ ਹੈ, ਅਤੇ ਬਾਹਰ ਕੀ ਹੈ, ਬਹੁਤ ਹੀ ਲੋ ਪ੍ਰੈਸ਼ਰ ਜ਼ੋਨ ਹੈ। ਤਾਂ ਇਸ ਪ੍ਰੈਸ਼ਰ ਨੂੰ ਮੇਨਟੇਨ ਕਰਨ ਲਈ ਉਹ ਸਪੈਸ਼ਲ ਸੂਟ ਪਾਉਂਦੇ ਹੈ, ਜਿਹੜਾ ਉਹਦੇ ਐਕਸਟਰਨਲ ਕੀ ਹੈ, ਪ੍ਰੈਸ਼ਰ ਲਗਾਉਂਦਾ ਉਹਨਾਂ ਦੀ ਬਾਡੀ 'ਤੇ, ਤਾਂ ਕਿ ਉਹਨਾਂ ਦੀ ਬਾਡੀ ਬਰਸਟ ਨਾ ਕਰ ਸਕੇ। ਠੀਕ ਹੈ, ਨੈਕਸਟ ਆ ਗਿਆ ਐਟਮੋਸਫੇਰਿਕ ਪ੍ਰੈਸ਼ਰ ਡਿਕਰੀਜ਼ਿਜ਼ ਵਿਦ ਇਨਕਰੀਜ਼ ਇਨ ਐਲਟੀਟਿਊਡ। ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ, ਉਵੇਂ ਉਵੇਂ ਐਟਮੋਸਫੇਰਿਕ ਪ੍ਰੈਸ਼ਰ ਕੀ ਹੈ, ਘਟਦਾ ਰਹਿੰਦਾ। ਉਹ ਆਪਾਂ ਗੱਲ ਕਰ ਹੀ ਲਈ ਹੈ, ਕਿਉਂ ਘਟਦਾ, ਕਿਉਂਕਿ ਪਾਰਟੀਕਲਸ ਘਟਦੇ ਆ। ਹੁਣ ਇਹਦਾ ਕੰਸੀਕੁਐਂਸ ਕੀ ਹੈ ਕਿ ਜਿਵੇਂ ਜਿਵੇਂ ਆਪਾਂ ਉੱਪਰ ਜਾਵਾਂਗੇ, ਬਲੱਡ ਪ੍ਰੈਸ਼ਰ ਕੀ ਹੈ, ਬਲੱਡ ਪ੍ਰੈਸ਼ਰ ਨੇ ਤਾਂ ਸੇਮ ਰਹਿਣਾ, ਐਟਮੋਸਫੇਰਿਕ ਪ੍ਰੈਸ਼ਰ ਕੀ ਹੈ, ਘਟਣਾ ਸ਼ੁਰੂ ਹੋ ਜੂ। ਤਾਂ ਇਨ ਕੰਪੈਰੀਜ਼ਨ ਆਪਣਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਬਲੱਡ ਆਪਣੀ ਬਾਡੀ 'ਚ ਪ੍ਰੈਸ਼ਰ ਜ਼ਿਆਦਾ ਲਾਊਗਾ, ਤਾਂ ਆਪਣੀ ਬਾਡੀ 'ਚ ਬਲੱਡ ਬਾਹਰ ਨਿਕਲਣਾ ਸ਼ੁਰੂ ਹੋ ਜਾਊਗਾ, ਜਿਹਦੇ ਕਰਕੇ ਕੀ ਹੈ, ਕਈ ਵਾਰੀ ਉੱਪਰ ਜਾਣ 'ਤੇ ਪਰਸਨਸ 'ਤੇ ਨੋਜ਼ ਬਲੀਡਿੰਗ ਵੀ ਸਟਾਰਟ ਹੋ ਜਾਂਦੀ ਹੈ। ਤਾਂ ਨੋਜ਼ ਬਲੀਡਿੰਗ ਕੀ ਆਪਣੇ ਇੱਕ ਓਪਨਿੰਗ ਹੈ, ਜਿੱਥੋਂ ਕੀ ਹੈ, ਬਲੱਡ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਕਿਉਂ ਆਉਣਾ ਸ਼ੁਰੂ ਹੋ ਜਾਂਦਾ? ਕਿਉਂਕਿ ਬਾਹਰ ਲੋ ਪ੍ਰੈਸ਼ਰ ਜ਼ੋਨ ਹੈ, ਆਪਣੀ ਬਾਡੀ 'ਚ ਹਾਈ ਪ੍ਰੈਸ਼ਰ ਜ਼ੋਨ ਹੈ। ਤਾਂ ਬਲੱਡ ਮੂਵ ਫਰੋਮ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ, ਤਾਂ ਬਲੱਡ ਕੀ ਹੈ, ਬਾਹਰ ਜਾਣਾ ਸ਼ੁਰੂ ਕਰ ਦਿੰਦਾ। ਤਾਂ ਇਸ ਲਈ ਕੀ ਹੈ, ਮਾਊਂਟੇਨਸ ਵਗੈਰਾ 'ਤੇ ਵੀ ਲੋਕ ਜਾਂਦੇ ਆ, ਤਾਂ ਆਕਸੀਜਨ ਵਗੈਰਾ 'ਤੇ ਹੋਰ ਕੀ ਹੈ, ਸਪੈਸ਼ਲ ਸੂਟ ਪਾ ਕੇ ਜਾਂਦੇ ਆ, ਤਾਂ ਕਿ ਕੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ, ਉਹਨਾਂ ਦੀ ਨੋਜ਼ ਬਲੀਡਿੰਗ ਨਾ ਸਟਾਰਟ ਹੋ ਜਾਵੇ। ਤਾਂ ਆਪਣਾ ਪੂਰਾ ਕਨਸੈਪਟ ਸੀ। ਠੀਕ।